जिस पास बैठिया सोहिਐ सबना दा विसाहो। सतनाम श्री वाहिगुरु साहिब जी। संतो मन पवन सुख बनिया किश जोग परापत गनिया। संतो मन पवन सुख बनिया किश जोग परापत गनिया। रहाओ गुर दिखलाई मोरी जित मिर्ग पड़त है चोरी। मूंद लिए दरवाजे बाजियाले अनहद बाजे। कुंभ कमल जल भरिया जल मेटिया ऊबा करिया। कहो कबीर जन जानिया जो जानिया तो मन मानिया। कहो कबीर जन जानिया जो जानिया तो मन मानिया। वाहिगुरु जी का खालसा वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤ ਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੋ ਸਾਨੂੰ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਹੋਇਆ ਹੈ। ਅੱਜ ਦਾ ਪਾਵਨ ਮੁੱਖ ਵਾਕ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਰਾਗ ਸੋਰਠ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 656 ਤੇ ਸੋਭਾਇਮਾਨ ਹੈ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨੈ ਸੁਖ ਬਣਿਆ। ਸਾਧ ਸੰਗਤ ਬਾਬਾ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ
ਮਨ ਦੇ ਸੁਭਾਅ ਬਾਰੇ, ਸਾਡੇ ਮਨ ਦੀ ਅਵਸਥਾ ਬਾਰੇ ਬਖਸ਼ਿਸ਼ ਕਰਦੇ ਹਨ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਇਹ ਜਿਹੜਾ ਸਾਡਾ ਮਨ ਹੈ, ਜਿਵੇਂ ਹਵਾ ਚੱਲਦੀ ਹੈ, ਪੌਣ ਚੱਲਦੀ ਹੈ, ਤੂਫਾਨ ਚੱਲਦਾ ਹੈ, ਝੱਖੜ ਝੁੱਲਦੇ ਹਨ, ਸਾਡੇ ਮਨ ਦੀ ਰਫ਼ਤਾਰ ਇਸ ਤਰ੍ਹਾਂ ਹੈ। ਅਸੀਂ ਸਮਝਨੇ ਹਾਂ ਕਿਸੇ ਗੱਡੀ ਮੋਟਰ ਦੀ ਸਪੀਡ ਰਫ਼ਤਾਰ 200 ਕਿਲੋਮੀਟਰ, ਟ੍ਰੇਨ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ, ਜਹਾਜ਼ ਦੀ ਰਫ਼ਤਾਰ 1200 ਕਿਲੋਮੀਟਰ ਪ੍ਰਤੀ ਘੰਟਾ। ਜਿਹੜੇ ਜੰਗੀ ਜਹਾਜ਼ ਹਨ, ਇਹਨਾਂ ਦੀ ਰਫ਼ਤਾਰ ਬਹੁਤ ਜ਼ਿਆਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਇਹ ਜਿਹੜਾ ਮਨ ਹੈ, ਇਹਦੀ ਕਿੰਨੀ ਕੁ ਰਫ਼ਤਾਰ ਹੈ, ਕਿੰਨੀ ਕੁ ਤੇਜ਼ੀ ਨਾਲ ਦੌੜਦਾ ਹੈ, ਕਿੰਨੀ ਕੁ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਇਹਦੀ ਰਫ਼ਤਾਰ, ਇਹਦੀ ਚਾਲ ਪੌਣ ਵਰਗੀ ਹੈ, ਹਵਾ ਵਰਗੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਹਜ਼ੂਰ ਕਹਿੰਦੇ ਨੇ, ਕਬਹੂ ਜੀਅੜਾ ਊਬ ਚੜ੍ਹਤ ਹੈ। ਇਹ ਜਿਹੜਾ ਸਾਡਾ ਮਨ ਹੈ, ਕਦੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਕਦੇ ਪਤਾਲ ਵਿੱਚ ਧੱਸ ਜਾਂਦਾ ਹੈ। ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਹੇ ਭਾਈ, ਇਹ ਟਿਕਿਆ ਹੋਇਆ ਨਹੀਂ ਰਹਿੰਦਾ। ਖਿਣ ਵਿੱਚ ਹੀ ਆਕਾਸ਼ ਵਿੱਚ ਤੁਰ ਜਾਂਦਾ ਹੈ, ਖਿਣ ਵਿੱਚ ਹੀ ਪਤਾਲਾਂ 'ਚ ਤੁਰ ਜਾਂਦਾ ਹੈ। ਕਦੇ ਇਹਦੀ ਅਵਸਥਾ ਉੱਚੀ ਹੁੰਦੀ ਹੈ, ਕਦੇ ਨੀਵੀਂ ਹੋ ਜਾਂਦੀ ਹੈ, ਕਦੇ ਬੜੇ ਚੰਗੇ ਵਿਚਾਰ ਸੋਚਦਾ ਹੈ, ਕਦੇ ਬੜੇ ਨਿਗਰੇ ਹੋਏ ਤੇ ਘਟੀਆ ਹੋਏ ਵਿਚਾਰਾਂ ਤੋਂ ਉਤਰ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਇਹ ਟਿਕਿਆ ਨਹੀਂ ਰਹਿੰਦਾ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਸਿੱਖ ਪਾਠ ਕਰਦੇ ਹਨ, ਸਹਿਜ ਪਾਠ, ਹਜ਼ੂਰ ਦੀ ਕਿਰਪਾ ਨਾਲ ਸਮਝ ਆਉਂਦੀ ਹੈ। ਸਾਰੀ ਬਾਣੀ ਪਹਿਲੇ ਅੰਗ ਤੋਂ ਲੈ ਕੇ ਸਮਾਪਤੀ ਤੱਕ ਸਾਰੀ ਬਾਣੀ ਗੁਰੂ ਦੇਵ ਜੀ ਨੇ ਮਨ ਦੇ ਹੀ ਪਰਥਾਏ ਉਚਾਰਨ ਕੀਤੀ ਹੈ। ਜਿਹੜਾ ਧਰਮ ਹੁੰਦਾ ਹੈ, ਜਾਂ ਰੱਬ ਦਾ ਮਾਰਗ ਹੈ, ਗੁਰੂ ਦਾ ਮਾਰਗ ਹੈ, ਇਹਦਾ ਸੰਬੰਧ ਮਨ ਨਾਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 4 ਪੌੜੀਆਂ ਸੁਣਨ ਦੇ ਪਰਥਾਏ ਉਚਾਰਨ ਕੀਤੀਆਂ। ਭਾਈ ਸੁਣੋ, ਰੱਬ ਦਾ ਨਾਮ ਸੁਣੋ। ਉਸ ਤੋਂ ਅੱਗੇ ਜਿਹੜੀਆਂ 4 ਪੌੜੀਆਂ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਗਰੀਬ ਨਵਾਜ ਨੇ ਮੰਨਣ ਦੇ ਪਰਥਾਏ ਉਚਾਰਨ ਕੀਤੀਆਂ। ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਜਾਂ ਜਿਨ੍ਹਾਂ ਨੇ ਅਜੇ ਕਰਨਾ ਹੈ, ਆਪਣੇ ਮਨ ਵਿੱਚ ਜ਼ਰੂਰ ਵਿਚਾਰ ਕਰੀਏ। ਉਹ ਮੈਂ ਕੇਵਲ ਚੇਤਾ ਹੀ ਕਰਾਉਣਾ ਚਾਹੁੰਦਾ ਹਜ਼ੂਰ ਦੀ ਕਿਰਪਾ ਨਾਲ। ਗੁਰੂ ਨਾਨਕ ਸਾਹਿਬ ਜੀ ਹਜ਼ੂਰ ਕਹਿੰਦੇ ਨੇ, ਜਿਹੜਾ ਪਰਮੇਸ਼ਰ ਦਾ ਨਾਮ ਸੁਣ ਕੇ ਮੰਨ ਲੈਂਦਾ ਹੈ, ਅਮਲ ਕਰਦਾ ਹੈ। ਸੁਣਨਾ ਹੋਰ ਚੀਜ਼ ਹੈ, ਹੁਕਮ ਸੁਣ ਲੈਣਾ ਹੋਰ ਚੀਜ਼ ਹੈ, ਹੁਕਮ ਮੰਨ ਲੈਣਾ, ਉਹਨੂੰ ਅਮਲੀ ਜਾਮਾ ਪਹਿਨਾਉਣਾ, ਇਹ ਹੋਰ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਕੋਈ ਮੇਰੇ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਮੰਨ ਲਏ, ਮੰਨੈ ਸੁਰਤ ਹੋਵੇ ਮਨ ਬੁੱਧ,
ਮਹਾਰਾਜ ਕਹਿੰਦੇ ਇਹਦੀ ਸੁਰਤ ਬਹੁਤ ਉੱਚੀ ਤੁਰ ਜਾਂਦੀ ਹੈ, ਇਹਦੀ ਬੁੱਧ ਦਾ ਪੈਮਾਨਾ ਬਹੁਤ ਉੱਚਾ ਹੋ ਜਾਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਹਜ਼ੂਰ ਕਹਿੰਦੇ ਨੇ ਇਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ। ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ। ਹਜ਼ੂਰ ਕਹਿੰਦੇ ਨੇ ਜੇ ਕੋਈ ਮੇਰੇ ਪਰਮੇਸ਼ਰ ਦਾ ਨਾਮ ਉਪਦੇਸ਼ ਸੁਣ ਕੇ ਮੰਨ ਲੈ, ਮਹਾਰਾਜ ਕਹਿੰਦੇ ਨੇ ਉਹ ਮੂੰਹ ਤੇ ਮਾਰ ਨਹੀਂ ਖਾਂਦਾ, ਜਮਦੂਤਾਂ ਦੀ ਚੋਟ ਨਹੀਂ ਪੈਂਦੀ ਉਹਦੇ ਮੂੰਹ ਤੇ। ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਹਜ਼ੂਰ ਕਹਿੰਦੇ ਨੇ ਜੇ ਕੋਈ ਮੇਰੇ ਪਰਮੇਸ਼ਰ ਦਾ ਨਾਮ ਸੁਣ ਕੇ ਮੰਨ ਲਏ, ਹਜ਼ੂਰ ਕਹਿੰਦੇ ਨੇ ਜਮਦੂਤਾਂ ਨਾਲ ਉਹਦਾ ਵਾਹ ਨਹੀਂ ਪੈਂਦਾ। ਐਸਾ ਨਾਮ ਨਿਰੰਜਨ ਹੋਏ। ਮੇਰੇ ਪਰਮੇਸ਼ਰ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਬਾਬਾ ਨਾਨਕ ਜੀ ਬੜੇ ਪਿਆਰ ਨਾਲ ਕਹਿੰਦੇ ਨੇ, ਭਾਈ ਜੇ ਕਿਸੇ ਦਾ ਮਨ ਮੰਨ ਜਾਏ ਤੇ ਫੇਰ ਹੀ ਆ ਨਾ। ਜੇ ਸਾਡਾ ਮਨ ਸੁਣ ਵੀ ਲੈਂਦਾ, ਬੰਦੇ ਦੀ ਸੁਰਤ ਉੱਚੀ ਹੋ ਜਾਂਦੀ ਹੈ, ਭਵਨਾਂ ਦੀ ਸੋਝੀ ਹੋ ਜਾਂਦੀ ਹੈ, ਜਮਦੂਤਾਂ ਨਾਲ ਵਾਹ ਨਹੀਂ ਪੈਂਦਾ, ਜਮਦੂਤ ਛੱਡ ਜਾਂਦੇ ਹਨ। ਮਹਾਰਾਜ ਕਹਿੰਦੇ ਨੇ ਤਾਂ ਹੀ ਹੁੰਦਾ ਜੇ ਸਾਡਾ ਮਨ ਮੰਨ ਜਾਏ ਤੇ ਫਿਰ। ਇਸੇ ਕਰਕੇ ਹਜ਼ੂਰ ਸ਼੍ਰੀ ਰਾਗ ਵਿੱਚ ਹੀ ਕਹਿੰਦੇ ਨੇ, ਭਾਈ ਰੇ ਰਾਮ ਕਹੋ ਚਿਤ ਲਾਏ। ਮਹਾਰਾਜ ਕਹਿੰਦੇ ਨੇ ਹੇ ਭਾਈ, ਰੱਬ ਰੱਬ ਕਰਨਾ ਹੈ, ਪਰਮੇਸ਼ਰ ਦਾ ਨਾਮ ਲੈਣਾ ਹੈ, ਚਿੱਤ ਲਾ ਕੇ ਕਰ। ਚਿੱਤ ਕਰਕੇ, ਇਕਾਗਰ ਚਿੱਤ ਹੋ ਕੇ। ਇਹੀ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਕਾਜ਼ੀ ਨੂੰ ਨਮਾਜ਼ ਪੜ੍ਹਦਿਆਂ ਹੋਇਆ ਦਿੱਤਾ ਸੀ। ਕਾਜ਼ੀ, ਇਹ ਜਿਹੜੀ ਨਮਾਜ਼ ਹੈ, ਜ਼ਬਾਨ ਦੇ ਨਾਲ ਨਮਾਜ਼ ਪੜ੍ਹ ਕੇ ਲੋਕਾਂ ਨੂੰ ਤਾਂ ਧੋਖਾ ਦਿੱਤਾ ਜਾ ਸਕਦਾ ਧਰਮੀ ਹੋਣ ਦਾ, ਪਰ ਮੇਰੇ ਅੱਲਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਹਜ਼ੂਰ ਕਹਿੰਦੇ ਨੇ, ਭਾਈ ਰੇ ਇਸ ਮਨ ਕੋ ਸਮਝਾਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਭਾਈ ਮਨ ਨੂੰ ਸਮਝਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਮਨ ਦੇ ਹੀ ਪਰਥਾਏ ਹੈ। ਹਜ਼ੂਰ ਤੇ ਇੱਥੋਂ ਤੱਕ ਕਹਿੰਦੇ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਇਹਨੂੰ ਕੁੱਤਾ ਵੀ ਆਖਿਆ, ਇਹਨੂੰ ਝੂਠਾ ਵੀ ਆਖਿਆ। ਗਰੀਬ ਨਵਾਜ ਗੁਰੂ ਅਮਰਦਾਸ ਇਹਨੂੰ ਮਨ ਚੰਚਲ ਵੀ ਕਹਿੰਦੇ ਨੇ। ਇਹ ਮਨ ਚੰਚਲ ਆ, ਚਤੁਰਾਈ ਕਹਿਣਾ ਨਾ ਪਾ, ਛੱਡ ਦੇ ਚਤੁਰਾਈਆਂ। ਚਤੁਰਾਈਆਂ ਨਾਲ ਕਦੇ ਕਿਸੇ ਨੂੰ ਰੱਬ ਨਹੀਂ ਮਿਲਦਾ। ਜਿਵੇਂ ਮਾਂ ਆਪਣੇ ਬੱਚੇ ਨੂੰ ਝਿੜਕਦੀ ਹੈ, ਡਾਂਟਦੀ ਹੈ, ਫਿਰ ਪਿਆਰ ਵੀ ਕਰਦੀ ਹੈ। ਮਹਾਰਾਜ ਫਿਰ ਕਹਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸਾਥ ਸੰਭਾਲੇ। ਇਹਨੂੰ ਪਿਆਰਾ ਵੀ ਕਹਿੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹ ਕੇ ਦੇਖੀਏ। ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰ-ਬਾਰ ਜ਼ਿਕਰ ਹੀ ਮਨ ਦਾ ਕਰਦੇ ਨੇ। ਕਿਤੇ ਹਜ਼ੂਰ ਕਹਿੰਦੇ ਨੇ, ਮਾਈ ਮਨ ਮੇਰੋ ਬਸ ਨਾਏ। ਹੇ ਮੇਰੀ ਮਾਂ, ਅਸੀਂ ਕਹਿੰਦੇ ਜੀ ਮਨ ਸਾਫ਼ ਚਾਹੀਦਾ, ਮਨ ਸਾਫ਼ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਸਾਡੀ ਅਵਸਥਾ ਬਿਆਨ ਕਰਦੇ ਨੇ। ਮਹਾਰਾਜ ਕਹਿੰਦੇ ਇਹਦੀ ਕਿਹੜੀ ਗੱਲ ਹੈ। ਹੇ ਮੇਰੀ ਗੁਰੂ ਮਾਂ, ਗੁਰੂ ਨੂੰ ਮਾਂ ਕਿਹਾ ਗਿਆ। ਜਦੋਂ ਬੰਦੇ ਤੇ ਬੜਾ ਵੱਡਾ ਦੁੱਖ ਵਾਪਰੇ, ਬੜੀ ਵੱਡੀ ਬਿਪਤਾ 'ਚ ਫਸ ਜਾਏ, ਉਹਨੂੰ ਕੋ ਰਾਹ ਨਾ ਲੱਭੇ, ਅੱਤ ਦਾ ਦੁੱਖ ਪੀੜਾ ਮਹਿਸੂਸ ਕਰ, ਫਿਰ ਉਹ ਸੁਭਾਵਕ ਹੀ ਆਪਣੀ ਮਾਂ ਨੂੰ ਯਾਦ ਕਰਦਾ ਹੈ। ਮਹਾਰਾਜ ਕਹਿੰਦੇ ਨੇ, ਮਾਈ ਮਨ ਮੇਰੋ ਵਸ ਨਾ ਹੈ। ਜਿਵੇਂ ਕੋਈ ਤਰਲਾ ਲੈ ਕੇ ਕਹਿੰਦਾ, ਹੇ ਮੇਰੀ ਮਾਂ, ਮੇਰਾ ਮਨ ਵਸ ਵਿੱਚ ਨਹੀਂ। ਸਾਧ ਸੰਗਤ ਜਿਹੜੇ ਭਗਤ ਹੋਏ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਇਕੱਤਰ ਕਰਕੇ ਲਿਆਏ, ਗੁਰੂ ਅਰਜਨ ਸਾਹਿਬ ਨੇ ਨਵਾਜਿਆ, ਬਸ ਮਨ ਦੀ ਅਵਸਥਾ ਕਰਕੇ ਇੱਥੋਂ ਤੱਕ ਪਹੁੰਚ ਗਏ। ਮਹਾਰਾਜ ਕਹਿੰਦੇ ਨੇ, ਮਾਈ ਮਨ ਮੇਰੋ ਬਸ ਨਾ ਹੈ। ਨਿਸ ਬਾਸਰ ਨਿਕ ਬਿਖਿਆਣ ਕੋ ਧਾਵਤ ਕੇ ਬਦਰੋ ਕੋ ਤਾਹੇ। ਹੇ ਮੇਰੀ ਮਾਂ,
ਦਿਨ ਰਾਤ ਇਹ ਵਿਸ਼ਿਆਂ ਵਾਲੇ ਪਾਸੇ ਦੌੜਦਾ ਹੈ। ਕਿਹ ਬਦ ਰੋਕੂ ਤਾਹੀਂ ਕਿਵੇਂ ਇਹਨੂੰ ਰੋਕਾਂ। ਕਿਤੇ ਹਜ਼ੂਰ ਕਹਿੰਦੇ ਨੇ ਬਿਰਥ ਕਹੂੰ ਕਵਣ ਸਿਉ ਮਨ ਕੀ। ਆਪਣੇ ਮਨ ਦਾ ਦੁੱਖ ਕਿਹਨੂੰ ਦੱਸਾਂ। ਸਾਧ ਸੰਗਤ ਇਤਿਹਾਸ ਵਿੱਚ ਪੜ੍ਹਨ ਦਾ ਮੌਕਾ ਮਿਲਿਆ। ਅਸੀਂ ਹੁਣ ਜਦੋਂ ਮਿਲਦੇ ਹਾਂ ਇੱਕ ਦੂਜੇ ਨੂੰ, ਕਿਉਂ ਭਾਈ ਜੀ, ਕਿਉਂ ਭਾਈ ਸਾਹਿਬ ਜੀ, ਕਿਉਂ ਭਾਊ ਜੀ, ਬੱਚਿਆਂ ਦਾ ਕੀ ਹਾਲ ਹੈ, ਕਾਰੋਬਾਰ ਦਾ ਕੀ ਹਾਲ ਹੈ, ਪਰਿਵਾਰ ਦਾ ਕੀ ਹਾਲ ਹੈ। ਪੁਰਾਤਨ ਸਿੱਖ ਇਹ ਘੱਟ ਪੁੱਛਦੇ ਹੁੰਦੇ ਸੀ। ਭਾਈ ਵੀਰ ਸਿੰਘ ਕਹਿੰਦੇ ਨੇ ਗੁਰੂ ਕਾ ਸਿੱਖ ਨੂੰ ਮਿਲੇ ਉਹ ਪੁੱਛਦਾ, ਹਾਂ ਮਨ ਦਾ ਕੀ ਹਾਲ ਹੈ, ਕੀ ਅਵਸਥਾ ਹੈ, ਕਿੱਥੋਂ ਤੱਕ ਪਹੁੰਚਿਆ ਹੈ, ਕੀ ਸੋਚਦਾ ਹੈ। ਇਹੀ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਈਂ ਮੀਆਂ ਮੀਰ ਨਾਲ ਜਦੋਂ ਮਿਲਾਪ ਹੋਇਆ ਲਾਹੌਰ ਵਿੱਚ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਸਾਈਂ ਜੀ ਮਨ ਕਿਸ ਅਵਸਥਾ ਤੱਕ ਪਹੁੰਚਿਆ ਹੈ। ਬਸ ਭਗਤਾਂ ਦਾ ਸੰਬੰਧ ਮਨ ਨਾਲ ਹੀ ਹੈ। ਮਨ ਦੀ ਬਾਰ-ਬਾਰ ਗੱਲ ਕਰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਅੱਜ ਬੈਠੇ ਹਾਂ, ਗੁਰਦੁਆਰਾ ਮੰਜੀ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੰਮ੍ਰਿਤ ਕਥਾ ਕੀਤੀ। ਉਸ ਤੋਂ ਬਾਅਦ ਇੱਕ ਸਿੱਖ ਉੱਠ ਕੇ ਖੜਾ ਹੋ ਗਿਆ। ਉਹ ਸਿੱਖ ਉੱਠ ਕੇ ਕਹਿੰਦਾ, ਮਹਾਰਾਜ ਜਦੋਂ ਮੈਂ ਪਿਛਲੀ ਵਾਰੀ ਆਇਆ ਹਾਂ, ਮਹਾਰਾਜ ਤੁਸੀਂ ਕਹਿੰਦੇ ਸੀ ਜਪਜੀ ਪੜਿਆ ਕਰੋ। ਸਿੱਖ ਕਹਿੰਦਾ, ਮਹਾਰਾਜ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਜਪਜੀ ਸਾਹਿਬ ਤੇ ਮੈਂ ਪੜ੍ਹਦਾ ਹਾਂ ਪਰ ਮਨ ਨਹੀਂ ਟਿਕਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖਾ ਤੇਰਾ ਨਾਮ ਕੀ ਹੈ? ਕਹਿੰਦਾ ਜੀ ਨਾਮ ਤੇ ਮੇਰਾ ਯੋਧ ਹੈ। ਮਹਾਰਾਜ ਕਹਿੰਦੇ ਜਦੋਂ ਜਪਜੀ ਪੜ੍ਹਦਾ ਕੀ ਹੁੰਦਾ? ਕਹਿੰਦਾ ਜੀ ਮਨ ਨਹੀਂ ਟਿਕਦਾ। ਮਹਾਰਾਜ ਉਹਦਾ ਬਚਨ ਸੁਣ ਕੇ ਹੱਸ ਪਏ। ਮਹਾਰਾਜ ਕਹਿੰਦੇ ਨੇ ਫੇਰ ਦੱਸ। ਕਹਿੰਦਾ ਜੀ ਮੈਂ ਸੱਚ ਬੋਲਦਾ, ਜਦੋਂ ਜਪਜੀ ਸਾਹਿਬ ਦਾ ਪਾਠ ਕਰਾਂ ਮਨ ਨਹੀਂ ਟਿਕਦਾ। ਗਰੀਬ ਨਵਾਜ ਮਹਾਰਾਜ ਫੇਰ ਹੱਸ ਪਏ। ਸੰਗਤ ਹੈਰਾਨ ਹੋ ਗਈ ਵੀ ਇੰਨਾ ਖੁੱਲ੍ਹ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਦੇ ਵੀ ਸੰਗਤ ਵਿੱਚ ਨਹੀਂ ਹੱਸੇ, ਕੀ ਗੱਲ ਹੋ ਗਈ? ਸਿੱਖ ਨੇ ਸਮਝਿਆ ਸ਼ਾਇਦ ਮੇਰੇ ਕੋਲ ਗੁਸਤਾਖੀ ਹੋ ਗਈ। ਸਿੱਖ ਕਹਿੰਦਾ, ਮਹਾਰਾਜ ਮੈਂ ਸੱਚ ਬੋਲਦਾ, ਮਨ ਨਹੀਂ ਟਿਕਦਾ ਜਦੋਂ ਮੈਂ ਜਪਜੀ ਸਾਹਿਬ ਪੜ੍ਹਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬੜਾ ਫਿਰ ਗੰਭੀਰ ਹੋ ਕੇ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਸਿੱਖਾ ਭਾਈ ਜੋਧ ਜਪਜੀ ਪੜ੍ਹਨ ਕਰਕੇ, ਬਾਣੀ ਪੜ੍ਹਨ ਕਰਕੇ, ਭਾਈ ਜੋਧ ਪੁੱਤਰਾ ਇਹ ਤੇ ਪਤਾ ਲੱਗ ਗਿਆ ਨਾ ਵੀ ਇਹ ਕਰਦਾ ਕੀ ਹੈ। ਪਹਿਲਾਂ ਤਾਂ ਇਹ ਵੀ ਨਹੀਂ ਸੀ ਪਤਾ ਇਹ ਕਰਦਾ ਕੀ ਹੈ, ਕਿੱਥੇ ਜਾਂਦਾ, ਕਿੱਥੋਂ ਆਉਂਦਾ, ਕੀ ਸੋਚਦਾ, ਕੀ ਕਰਦਾ। ਸਾਧ ਸੰਗਤ ਖਿਮਾ ਕਰਨੀ, ਗੁਟਕਾ ਸਾਹਿਬ ਲੈ ਕੇ ਬੈਠ ਜਾਈਏ, ਨਿਤਨੇਮ ਕਰੀਏ, ਪਾਠ ਕਰੀਏ, ਜ਼ਬਾਨੀ ਕਰੀਏ, ਗੁਟਕਾ ਸਾਹਿਬ ਤੋਂ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਤੇ। ਬਾਣੀ ਪੜ੍ਹਦਿਆਂ ਹੋਇਆਂ ਪ੍ਰਤੱਖ ਤੌਰ ਤੇ ਇਹਦੀ ਫੋਟੋ ਲੱਭਦੀ ਹੈ। ਜੇ ਕਿਸੇ ਨੇ ਮਨ ਦੇ ਦਰਸ਼ਨ ਕਰਨੇ ਨੇ, ਕੀ ਕਰਦਾ, ਕਿੱਥੇ ਦੌੜਦਾ, ਜਿੱਥੇ ਵੀ ਜਾਈਏ ਸਵਾਲ ਇਹੀ ਹੁੰਦਾ, ਗਿਆਨੀ ਜੀ ਪਾਠ ਕਰੀਏ ਮਨ ਨਹੀਂ ਟੇਕਦਾ। ਅਜੇ ਤੱਕ ਕਿਸੇ ਨੇ ਇਹ ਆਖਿਆ ਵੀ ਜਦੋਂ ਮੈਂ ਗੱਡੀ ਚਲਾਉਣਾ ਮਨ ਨਹੀਂ ਟੇਕਦਾ, ਜਦੋਂ ਮੈਂ ਮਜ਼ਦੂਰੀ ਕਰਦਾ, ਖੇਤੀ ਕਰਦਾ, ਹਲ ਵਾਹੁਣਾ, ਟਰੈਕਟਰ ਵਾਹੁਣਾ, ਰਿਕਸ਼ਾ ਚਲਾਉਣਾ ਮਨ ਨਹੀਂ ਟਿਕਦਾ? ਕੋਈ ਕਹਿੰਦਾ ਬੰਦਾ ਇਹ ਗੱਲ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਖਣ ਲੱਗੇ, ਭਾਈ ਜੋਧ ਪੁੱਤਰ ਇਹ ਤਾਂ ਪਤਾ ਲੱਗ ਗਿਆ ਨਾ ਵੀ ਇਹ ਕਰਦਾ ਕੀ ਹੈ। ਜਦੋਂ ਬਾਣੀ ਨਹੀਂ ਸੀ ਪੜ੍ਹਦਾ, ਜਪਜੀ ਨਹੀਂ ਸੀ ਪੜ੍ਹਦਾ,
ਮਹਾਰਾਜ ਕਹਿੰਦੇ ਪੁੱਤਰਾ ਉਦੋਂ ਇਹ ਵੀ ਨਹੀਂ ਸੀ ਪਤਾ ਇਹ ਕਰਦਾ ਕੀ ਹੈ। ਆ ਜਿਹੜੇ ਸਿੱਖ ਜਪਜੀ ਸਾਹਿਬ ਜਾਂ ਨਿਤਨੇਮ ਕਰਦੇ ਨੇ 5 ਬਾਣੀਆਂ ਦਾ, ਸੋਦਾ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ, ਸਹਿਜ ਪਾਠ ਕਰਦੇ ਨੇ, ਆਸਾ ਦੀ ਵਾਰ, ਸੁਖਮਨੀ ਸਾਹਿਬ, ਮੁਬਾਰਕ ਹੈ। ਜਿਹੜਾ ਬੰਦਾ ਬਾਣੀ ਪੜ੍ਹਦਾ ਉਹ ਬੰਦਾ ਕਹਿੰਦਾ ਜੀ ਵੀ ਮਨ ਸਾਫ਼ ਚਾਹੀਦਾ ਜੀ, ਮਨ ਸਾਫ਼ ਚਾਹੀਦਾ। ਉਹਨੂੰ ਪਤਾ ਲੱਗ ਜਾਂਦਾ ਬਾਣੀ ਪੜ੍ਹਨ ਵਾਲੇ ਬੰਦੇ ਨੂੰ ਇਹ ਖੇਡ ਕੋਈ ਸੌਖੀ ਨਹੀਂ ਹੈ। ਜੇ ਧਰਮ ਦੀ ਦੁਨੀਆ ਦੀ ਸਭ ਤੋਂ ਵੱਡੀ ਤੇ ਔਖੀ ਖੇਡ ਮਿਥੀ ਗਈ ਹੈ ਤੇ ਉਹ ਮਨ ਨੂੰ ਕਾਬੂ ਕਰਨਾ। ਔਰ ਇਹੀ ਸਾਡੇ ਮਨ ਵਿੱਚ ਬਾਰ-ਬਾਰ ਸਵਾਲ ਹੁੰਦਾ ਹੈ, ਕਿਵੇਂ ਟਿਕਦਾ, ਕਿਵੇਂ ਟਿਕਦਾ। ਮਹਾਰਾਜ ਕਹਿੰਦੇ ਨੇ ਇਹਨੂੰ ਟਿਕਾਉਣ ਵਾਸਤੇ ਕੋਈ ਜੁਗਤ ਨਹੀਂ, ਕੋਈ ਢੰਗ ਨਹੀਂ, ਕੋਈ ਤਰੀਕਾ ਨਹੀਂ। ਮਹਾਰਾਜ ਕਹਿੰਦੇ ਨੇ ਹਾਂ ਇਹ ਟਿਕ ਸਕਦਾ ਹੈ। ਹਜ਼ੂਰ ਕਹਿੰਦੇ ਨੇ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ, ਰੱਬ ਦੀ ਪੂਰੀ ਕਿਰਪਾ ਹੋਏ, ਗੁਰੂ ਪੂਰਾ ਪ੍ਰਸੰਨ ਹੋਏ, ਫਿਰ ਇਹ ਟਿਕਦਾ। ਹਜ਼ੂਰ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਬਾਬਾ ਕਬੀਰ ਸਾਹਿਬ ਜੀ ਪਹਿਲੀ ਪੰਕਤੀ ਵਿੱਚ ਕਹਿੰਦੇ ਨੇ, ਸੰਤੋ ਮਨ ਪਵਣੈ ਸੁਖ ਬਣਿਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਹਵਾ ਵਾਂਗ ਚੱਲਦਾ ਸੀ ਨਾ, ਹੁਣ ਇਹ ਟਿਕ ਗਿਆ ਹੈ। ਹੁਣ ਸਾਡੇ ਮਨ ਨੂੰ ਸੁਖ ਹੋ ਗਿਆ। ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦਿਨ ਫਿਰ ਇੱਕ ਹੋਰ ਸ਼ਬਦ ਉਚਾਰਿਆ ਮਨ ਦੇ ਪਰਥਾਏ। ਮਹਾਰਾਜ ਕਹਿੰਦੇ ਨੇ ਇਹ ਖੋਤਾ ਹੈ, ਗਧਾ ਹੈ, ਇਹਦਾ ਕਦੇ ਜ਼ਿੰਦਗੀ 'ਚ ਵਿਸ਼ਵਾਸ ਨਹੀਂ ਕਰਨਾ। ਇਹ ਨਹੀਂ ਵੀ ਜੇ ਅੱਜ ਟਿਕ ਗਿਆ, ਮਹੀਨਾ ਟਿਕ ਗਿਆ, 1 ਸਾਲ ਬਾਣੀ ਵਿੱਚ ਟਿਕਿਆ ਰਹੇ ਤੇ ਇਹਦੇ ਤੇ ਵਿਸ਼ਵਾਸ ਕਰ ਜਾਓ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਆਖਰੀ ਦਮ ਤੱਕ ਇਹਦਾ ਵਿਸ਼ਵਾਸ ਨਹੀਂ ਕਰਨਾ। ਮਹਾਰਾਜ ਕਹਿੰਦੇ ਨੇ ਮਨ ਖੋਟ ਹਰ ਤੇਰਾ ਨਹੀਂ ਵਿਸਾਸ। ਹੇ ਮਨ ਖੋਤੇ, ਤੇਰਾ ਵਿਸ਼ਵਾਸ ਹੀ ਕੋਈ ਨਹੀਂ, ਕੋਈ ਤੇਰਾ ਭਰੋਸਾ ਨਹੀਂ। ਮਨ ਖੋਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਉਦਮਾਦਾ, ਤੂੰ ਬੜੇ ਅਖੜ ਸੁਭਾਅ ਦਾ ਮਾਲਕ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਇੱਕ ਖੋਤਾ ਹੀ ਹੁੰਦਾ ਜਿਹੜਾ ਆਪਣੀ ਆਈ ਦਾ ਮਾਲਕ ਨੂੰ ਦਲੱਤਾ ਮਾਰ ਜਾਂਦਾ। ਇਹਦਾ ਵਿਸ਼ਵਾਸ ਨਹੀਂ ਕਰਨਾ। ਇਹ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ ਜੋ ਹਜ਼ੂਰ ਦੀ ਕਿਰਪਾ ਨਾਲ ਸਾਂਝਾ ਕਰ ਰਹੇ ਹਾਂ। ਇੱਕ ਅਲੜ ਮੁੰਡੇ ਨੇ ਖੋਤਾ ਲੈ ਲਿਆ, ਗਧਾ ਲੈ ਲਿਆ। ਉਹਨੇ ਗਧੇ ਨੂੰ ਕੰਨ ਤੋਂ ਫੜਿਆ, ਕੰਨ ਤੋਂ ਫੜ ਕੇ ਲਿਆਂਦਾ ਘਾਹ ਚਰਦੇ ਨੂੰ, ਕੰਨ ਤੋਂ ਫੜ ਕੇ ਲਿਆ ਕੇ ਖਲਿਆਰਿਆ, ਉੱਪਰ ਪੱਠਿਆਂ ਦੀ ਪੰਡ ਰੱਖਣ ਲੱਗਾ, ਛੱਟ ਰੱਖਣ ਲੱਗਾ। ਅਲੜ ਮੁੰਡਾ ਖੋਤੇ ਨੂੰ ਖਿਲਾਰ ਕੇ ਛੱਟ ਫੜ ਕੇ ਇਹਦੇ ਉੱਪਰ ਰੱਖਣ ਲੱਗਾ। ਖੋਤਾ ਹੇਠੋਂ ਦਲੱਤੇ ਮਾਰਦਾ ਦੌੜ ਗਿਆ। ਇਹਨੇ ਫੇਰ ਪੰਡ ਰੱਖੀ, ਮੁੰਡਾ ਫੇਰ ਦੌੜ ਕੇ ਗਿਆ, ਖੋਤੇ ਨੂੰ ਕੰਨ ਤੋਂ ਫੜ ਕੇ ਲਿਆਇਆ, ਖਿਲਾਰ ਕੇ ਫੇਰ ਛੱਟ ਰੱਖਣ ਲੱਗਾ, ਫੇਰ ਦੌੜ ਗਿਆ ਥੱਲਿਓਂ। 3-4 ਵਾਰੀ ਇਸ ਤਰ੍ਹਾਂ ਹੋਇਆ। ਇੱਕ ਬਜ਼ੁਰਗ ਬਾਬਾ ਆ ਗਿਆ। ਉਹ ਬਜ਼ੁਰਗ ਹੱਸ ਕੇ ਕਹਿਣ ਲੱਗਾ, ਪੁੱਤਰਾ ਜੇ 4 ਯੁੱਗ ਵੀ ਇਸ ਤਰ੍ਹਾਂ ਕਰਦਾ ਰਹੇਗਾ ਨਾ, ਇਹਦੇ ਤੇ ਛੱਟ ਨਹੀਂ ਰੱਖੀ ਜਾਣੀ। ਪੁੱਤਰਾ ਇਸ ਤਰ੍ਹਾਂ ਨਹੀਂ ਇਹਦੇ ਤੇ ਛੱਟ ਰੱਖੀ ਜਾਂਦੀ। ਬਾਬਾ ਫਿਰ ਕੀ ਕਰਨਾ ਪਏਗਾ? ਉਹ ਬਜ਼ੁਰਗ ਕਹਿੰਦਾ, ਪੁੱਤਰ ਇਹਨੂੰ ਪੈਂਖੜ ਪਾ। ਮੁੰਡਾ ਕਹਿੰਦਾ, ਬਾਪੂ ਜੀ ਪੈਂਖੜ ਕੀ ਹੁੰਦਾ? ਬਜ਼ੁਰਗ ਕਹਿਣ ਲੱਗਾ, ਪੁੱਤਰ ਇੱਕ ਰੱਸਾ ਲੈ ਕੇ ਆ। ਰੱਸਾ ਲੈ ਕੇ ਆਇਆ। ਬਜ਼ੁਰਗ ਕਹਿੰਦਾ, ਪੁੱਤਰ ਇਹਦੀ ਅਗਲੀ ਲੱਤ ਨੂੰ ਬੰਨ ਰੱਸੇ ਨਾਲ। ਬਜ਼ੁਰਗ ਕਹਿੰਦਾ, ਹੁਣ ਪਿਛਲੀ ਲੱਤ ਬੰਨ। ਦੋਵੇਂ ਲੱਤਾਂ, ਇੱਕ ਅਗਲੀ ਇੱਕ ਪਿਛਲੀ, ਇਹਦੀ ਦੋਵੇਂ ਲੱਤਾਂ ਕੁੱਟ ਕੇ ਬੰਨ ਦੇ। ਕੁੱਟ ਕੇ ਬਣੀ ਆਖਾਂਗਾ, ਪੁੱਤਰ ਇਹਨੂੰ ਪੈਂਖੜ ਕਹਿੰਦੇ ਨੇ। ਹੁਣ ਇਹਦੇ ਤੇ ਛੱਟ ਰੱਖ ਇਹਦੇ ਤੇ ਜੋ ਰੱਖਣਾ। ਉਹ ਗੱਭਰੂ ਛੇਤੀ ਛੇਤੀ ਲੱਗਾ ਆਪਣੀ ਪੰਡ ਰੱਖਣ, ਛੱਟ ਰੱਖਣ ਲੱਗਾ। ਬਜ਼ੁਰਗ ਕਹਿਣ ਲੱਗਾ, ਪੁੱਤਰਾ ਹੁਣ ਕਾਹਲੀ ਕੋਈ ਨਹੀਂ, ਛੇਤੀ ਕੋਈ ਨਹੀਂ, ਹੁਣ ਕਿਤੇ ਨਹੀਂ ਜਾਏਗਾ।
ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਖੋਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਯੁਧ ਮਾਦਾ ਖਰ ਕਾ ਪੈਂਖੜ ਤੋਂ ਛੁਟੈ ਜੋ ਉਪਰ ਲਾਦਾ। ਮਹਾਰਾਜ ਕਹਿੰਦੇ ਨੇ, ਉਹ ਫਿਰ ਬਜ਼ੁਰਗ ਕਹਿਣ ਲੱਗਾ, ਪੁੱਤਰ ਹੁਣ ਇਹਦੇ ਤੇ ਭਾਰ ਲੱਦਿਆ ਗਿਆ ਹੈ, ਹੁਣ ਇਹਦਾ ਪੈਂਖੜ ਖੋਲ ਦੇ। ਫਿਰ ਉਹ ਬਾਪੂ ਜੀ ਕਹਿਣ ਲੱਗੇ, ਪੁੱਤਰ ਆ ਮੈਂ ਤੈਨੂੰ ਖੋਤੇ ਦੇ ਗੁਣ ਤੇ ਔਗਣ ਦੱਸਾਂ। ਮੁੰਡਾ ਕਹਿਣ ਲੱਗਾ, ਹਾਂ ਬਾਪੂ ਜੀ ਦੱਸੋ। ਹੁਣ ਕੌਣ ਸੁਣਦਾ ਬਜ਼ੁਰਗਾਂ ਦੀ ਸਿੱਖਿਆ, ਕੌਣ ਸੁਣਦਾ ਵੱਡਿਆਂ ਦੀ ਸਿੱਖਿਆ? ਬਾਪੂ ਤੇਰਾ ਸਮਾਂ ਹੀ ਲੰਘ ਗਿਆ। ਬਾਪੂ ਜੀ ਦੱਸੋ। ਬਜ਼ੁਰਗ ਕਹਿਣ ਲੱਗਾ, ਪੁੱਤਰ ਆ ਮੈਂ ਤੈਨੂੰ ਜ਼ਿੰਦਗੀ 'ਚ ਕੰਮ ਆਉਣ ਵਾਲੀ ਗੱਲ ਦੱਸਾਂ। ਪੁੱਤਰ ਜੇ ਤੇ ਹੋਏ ਖੋਤੇ ਤੇ ਭਾਰ ਲੱਦਿਆ, ਛੋਟੀ ਜੀ ਪਗਡੰਡੀ ਹੋਏ, ਛੋਟੀ ਜੀ ਡੰਡੀ ਹੋਏ, ਐਨ ਸਿੱਧਾ ਜਾਏਗਾ ਜੇ ਇਹਦੇ ਤੇ ਭਾਰ ਲੱਦਿਆ ਹੋਏ। ਜੇ ਇਹ ਖਾਲੀ ਹੋਏ, ਇਹਦੇ ਤੇ ਭਾਰ ਨਾ ਲੱਦਿਆ, ਵੱਡੇ ਵੱਡੇ ਰਾਹਾਂ ਵਿੱਚ ਵੀ ਦਲੱਤੇ ਮਾਰਦਾ ਫਿਰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਇਹ ਮਨ ਖੋਤਾ ਹੈ, ਇਹਨੂੰ ਪੈਂਖੜ ਪਾ ਕੇ ਰੱਖੋ, ਇਹਦੇ ਤੇ ਭਾਰ ਲੱਦ ਕੇ ਰੱਖੋ, ਇਹਨੂੰ ਕਦੇ ਵਿਹਲਾ ਨਾ ਛੱਡੋ। ਸਾਧ ਸੰਗਤ, ਪੰਡਤ ਹਰਦਿਆਲ ਜੀ ਹੋਏ ਨੇ, ਉਹਨੇ ਇੱਕ ਗ੍ਰੰਥ ਲਿਖਿਆ ਸਾਰ ਕੁਤਾਵਲੀ। ਸਾਨੂੰ ਸਮਝਾਉਣ ਵਾਸਤੇ ਉਹਨਾਂ ਨੇ, ਸਿਰਫ ਸਮਝਾਉਣ ਵਾਸਤੇ ਉਹਨਾਂ ਨੇ ਇੱਕ ਸਾਨੂੰ ਜੁਗਤ ਦੱਸੀ। ਰਹਿਤ ਮਰਿਆਦਾ ਦੇ ਲਿਖਿਆ ਹੋਇਆ ਵੀ ਜੇ ਕੋਈ ਗੁਰਮਤਿ ਦੀ ਵਿਆਖਿਆ ਵਾਸਤੇ ਕੋਈ ਚੰਗਾ ਪ੍ਰਮਾਣ ਮਿਲਦਾ, ਉਹਨੂੰ ਵਰਤਣਾ ਅਯੋਗ ਨਹੀਂ ਹੈ। ਪੰਡਤ ਹਰਦਿਆਲ ਜੀ ਕਹਿੰਦੇ ਨੇ ਸਾਰ ਕੁਤਾਵਲੀ ਵਿੱਚ, ਕਹਿੰਦੇ ਨੇ ਵੀ ਇੱਕ ਬੰਦੇ ਨੇ ਭੂਤਨਾ ਵਸ ਵਿੱਚ ਕਰ ਲਿਆ। ਕੁਝ ਦਿਨ ਰੱਖਿਆ, ਮੰਡੀ ਵਿੱਚ ਵੇਚਣ ਚਲਾ ਗਿਆ। ਉਹ ਬੰਦਾ ਦੁਹਾਈ ਦੇ ਦੇ ਆਖੇ, ਭਾਈ ਮੇਰੇ ਕੋਲ ਭੂਤਨਾ ਹੈ, ਜਿੰਨੇ ਖਰੀਦਣਾ ਖਰੀਦ ਲਓ, ਇਹ ਕੰਮ ਬਹੁਤ ਕਰਦਾ, ਨਾ ਇਹ ਦਿਨੇ ਥੱਕਦਾ, ਨਾ ਇਹ ਰਾਤ ਥੱਕਦਾ, ਕੋਈ ਵੀ ਕੰਮ ਆਖੋ ਤੁਰੰਤ ਕਰਕੇ ਆ ਜਾਂਦਾ। ਪੰਡਤ ਹਰਦਿਆਲ ਜੀ ਕਹਿੰਦੇ ਇੱਕ ਸ਼ਾਹੂਕਾਰ ਸੀ, ਉਹ ਕਹਿਣ ਲੱਗਾ ਵੀ ਮੇਰੇ ਕੋਲ 10 ਨੌਕਰ ਨੇ, ਕਿਸੇ ਨੂੰ ਇੱਧਰ ਭਜਾਉਣਾ, ਕਿਸੇ ਨੂੰ ਇੱਧਰ ਭਜਾਉਣਾ, ਕੰਮ ਫੇਰ ਵੀ ਨਹੀਂ ਮੁੱਕਦੇ। ਜੇ ਮੈਨੂੰ ਇਹ ਮਿਲ ਜਾਏ ਤੇ ਫਿਰ ਇਹੀ ਕੰਮ ਕਰੀ ਜਾਏਗਾ। ਪੰਡਤ ਹਰਦਿਆਲ ਜੀ ਕਹਿੰਦੇ 500 ਰੁਪਏ ਦਾ ਉਸ ਸ਼ਾਹੂਕਾਰ ਨੇ ਭੂਤਨਾ ਖਰੀਦ ਲਿਆ। ਸਾਨੂੰ ਸਮਝਾਉਣ ਲਈ ਕਹਿੰਦੇ ਨੇ। ਕਹਿੰਦੇ ਫਿਰ ਉਹ ਜਿੰਨੇ ਵੇਚਿਆ ਸੀ ਉਹ ਕਹਿੰਦਾ, ਸ਼ਾਹ ਜੀ ਮੇਰੀ ਇੱਕ ਗੱਲ ਸੁਣ ਲਓ, ਕੰਮ ਜਿਹੜਾ ਆਖੋਗੇ ਉਹੀ ਕਰੇਗਾ, ਨਾ ਕਰੇਗਾ ਨਾ ਥੱਕੇਗਾ, ਜੋ ਕੰਮ ਆਖੋਗੇ ਕਰੇਗਾ, ਕੋਈ ਉਲਾਮਾ ਨਹੀਂ ਆਏਗਾ, ਮੈਂ ਜ਼ਿੰਮੇਵਾਰ ਹਾਂ। ਪਰ ਸ਼ਾਹ ਜੀ ਇੱਕ ਗੱਲ ਯਾਦ ਰੱਖਿਓ, ਜੇ ਇਹਦੇ ਕੋਲੋਂ ਕੰਮ ਮੁੱਕ ਗਏ, ਤੁਹਾਡੇ ਕੋਲੋਂ ਕੰਮ ਮੁੱਕ ਗਏ, ਜੇ ਤੁਸੀਂ ਇਹਨੂੰ ਵਿਹਲਾ ਰੱਖ ਦਿੱਤਾ, ਇਹਨੇ ਤੁਹਾਨੂੰ ਮਾਰ ਦੇਣਾ, ਤੁਹਾਨੂੰ ਨਹੀਂ ਛੱਡਣਾ, ਵਿਹਲਾ ਨਹੀਂ ਰੱਖਣਾ। ਕੰਮ ਕੋਈ ਆਖੋਗੇ ਕਰ ਦੇਗਾ। ਸ਼ਾਹੂਕਾਰ ਆਖਣ ਲੱਗਾ, ਕਿਤੇ ਕੰਮ ਮੁੱਕ ਜਲੇ ਮੇਰੇ ਕੋਲੋਂ। ਪੰਡਤ ਹਰਦਿਆਲ ਜੀ ਕਹਿੰਦੇ ਨੇ, ਕੌਤੁਕ ਨਮਿਤ ਕਹੂੰ ਜਨ ਜਨ ਮੋਲ ਲੀਨੋ, ਗੁਣਾ ਗੁਣ ਚੀਨੋ, ਖੇਦ ਮੋਦ ਭਇਓ ਜੀਨੋ ਹੈ। ਗੁਣ ਸੁਣ ਕੇ ਉਹ ਖਰੀਦ ਕੇ ਲਿਆਇਆ। ਪੰਡਤ ਜੀ ਕਹਿੰਦੇ ਨੇ, ਕਾਮ ਕਹੇ ਔਖੋ, ਔਖੇ ਤੋਂ ਔਖਾ ਕੰਮ ਆਖੇ ਸ਼ਾਹੂਕਾਰ, ਕਾਮ ਕਹੇ ਔਖੋ ਝਟ ਪਟ ਕਰ ਦੇਤ ਸੌਖੋ। ਉਹ ਬੜੀ ਆਸਾਨੀ ਨਾਲ ਕੰਮ ਕਰਕੇ ਆਖੇ, ਸ਼ਾਹ ਜੀ ਦੱਸੋ ਕੰਮ। ਕਾਮ ਕਹੇ ਔਖੋ ਝਟ ਪਟ ਕਰ ਦੇਤ ਸੌਖੋ। ਕੰਮ ਮੁੱਕਣ ਤੇ ਆ ਗਏ, ਬਸ 2-3 ਮਹੀਨੇ ਲੱਗੇ, ਕੰਮ ਮੁੱਕਣ ਤੇ ਆ ਗਏ। ਸ਼ਾਹੂਕਾਰ ਨੂੰ ਫਿਕਰ ਪੈ ਗਿਆ। ਬਾਣੀਆ ਲਾਲਾ ਕਹਿੰਦਾ ਵੀ ਜਿਹੜੀ ਗੱਲ ਦੱਸੀ ਸੀ ਵੀ ਨਹੀਂ ਥੱਕੇਗਾ, ਕੰਮ ਕਰੇਗਾ, ਉਹਦੀ ਗੱਲ ਸੱਚੀ ਹੋਈ। ਦੂਜੀ ਗੱਲ ਉਹਨੇ ਇਹ ਆਖੀ ਸੀ, ਜੇ ਕੰਮ ਮੁੱਕ ਗਏ, ਵਿਹਲਾ ਹੋ ਗਏ ਨੇ, ਤੈਨੂੰ ਮਾਰ ਦੇਣਾ, ਫਿਰ ਦੂਜੀ ਗੱਲ ਵੀ ਸੱਚੀ ਹੋਏਗੀ।
ਪੰਡਤ ਜੀ ਕਹਿੰਦੇ ਨੇ ਕਾਮ ਕਹੇ ਔਖੋ ਝਟ ਪਟ ਕਰ ਦੇਤ ਸੌਖੋ। ਬੜੇ ਬੜੇ ਔਖੇ ਕੰਮ ਵੀ ਆਖੇ ਉਹਨੇ। ਭਇਓ ਧੋਖੋ ਭਾਰੀ ਮਨ ਸੁਤ ਮੰਤਰ ਲੀਨੋ ਹੈ। ਜਿਹੜਾ ਸ਼ਾਹੂਕਾਰ ਸੀ ਨਾ, ਉਹਨੂੰ ਸੰਸਾ ਪੈ ਗਿਆ ਵੀ ਮੇਰੀ ਮੌਤ ਆ ਗਈ, ਕੰਮ ਮੁੱਕ ਚੱਲੇ। ਸ਼ਾਹੂਕਾਰ ਦੀ ਤੇ ਰੋਟੀ ਸੁੱਟ ਗਈ, ਉਹਨੂੰ ਨੀਂਦਰ ਨਾ ਆਏ। ਉਹਦੀ ਧੀ ਬੜੀ ਸਿਆਣੀ ਸੀ, ਬੇਟੀ ਬੜੀ ਸਿਆਣੀ ਸੀ। ਆਖਣ ਲੱਗੀ ਬਾਪੂ ਕੀ ਗੱਲ ਹੋ ਗਈ? 5 ਦਿਨ ਹੋ ਗਏ ਨੇ, ਨਾ ਤੂੰ ਰੋਟੀ ਖਾਣਾ, ਨਾ ਤੂੰ ਕੁਛ ਪੀਣਾ, ਨਾ ਤੂੰ ਸੌਣਾ। ਬਾਪੂ ਕੀ ਗੱਲ ਚੁੱਪ ਚੁੱਪ ਕੋ ਰਹਿਣਾ? ਮਾਫ ਕਰਨਾ, ਅਸੀਂ ਤੇ ਐਵੇਂ ਕੁੜੀਆਂ ਨੂੰ ਮਾਰੀ ਜਾਂਦੇ ਹਾਂ। ਜੇ ਮਾਂ ਪਿਓ ਦਾ ਦੁੱਖ ਪੁੱਛਦੀਆਂ ਨੇ, ਇਹੀ ਪੁੱਛਦੀਆਂ ਨੇ। ਅਸੀਂ ਤੇ ਵੈਰੀ ਸਮਝ ਲਿਆ, ਵੈਰੀ। ਕੁੜੀ ਆਖਣ ਲੱਗੀ ਬਾਪੂ ਕੀ ਗੱਲ ਹੋਈ? ਨਾ ਤੂੰ ਰੋਟੀ ਖਾਣਾ ਹੈ, ਤੂੰ ਚੁੱਪ ਰਹਿਣਾ ਹੈ, ਮੈਂ ਵੇਖਦੀ ਤੂੰ ਸੌਂਦਾ ਵੀ ਨਹੀਂ, ਤੂੰ ਚਿੰਤਾ ਵਿੱਚ ਕਿਉਂ ਹੈ? ਕਹਿਣ ਲੱਗਾ ਪੁੱਤਰ ਕੀ ਦੱਸਾਂ, ਆ ਲਿਆਂਦਾ ਸੀ ਭੂਤਨਾ, ਬਸ ਕੰਮ ਮੁੱਕ ਗਏ ਨੇ। ਜਿਹਦੇ ਕੋਲੋਂ ਲਿਆ ਉਹਨੇ ਆਖਿਆ ਜੇ ਵਿਹਲਾ ਹੋ ਗਿਆ ਇਹਨੇ ਤੈਨੂੰ ਮਾਰ ਦੇਣਾ। ਪੁੱਤਰ ਕੰਮ ਮੁੱਕ ਚੱਲੇ ਨੇ, ਮੇਰੀ ਹੁਣ ਮੌਤ ਹੈ, ਇਹਨੇ ਮੈਨੂੰ ਨਹੀਂ ਛੱਡਣਾ। ਉਹ ਲੜਕੀ ਆਖਣ ਲੱਗੀ, ਬੇਟੀ ਆਖਣ ਲੱਗੀ ਬਾਪੂ ਕੋਈ ਗੱਲ ਨਹੀਂ, ਤੂੰ ਇੱਕ ਲੱਕੜ ਮੰਗਾ ਇਹਦੇ ਕੋਲੋਂ। ਲੱਕੜ ਲੈ ਕੇ, ਬੜੀ ਵੱਡੀ ਲੱਕੜ ਲੈ ਕੇ ਆ, ਬੜੀ ਵੱਡੀ ਲੱਕੜ ਮੰਗਾ। ਪੁੱਤਰ ਹੁਣ ਕੀ ਕਰਾਂ? ਬੇਟੀ ਆਖਣ ਲੱਗੀ ਬਾਪੂ ਇਹਨੂੰ ਕਹਿ ਆ ਵਿਹੜੇ ਦੇ ਵਿੱਚ ਲੱਕੜ ਗੱਡ ਦੇ, ਬੜੀ ਵੱਡੀ ਲੱਕੜ ਵਿਹੜੇ 'ਚ ਗੱਡ ਦੇ। ਗੱਡ ਦਿੱਤੀ ਗਈ। ਸ਼ਾਹੂਕਾਰ ਆਖਣ ਲੱਗਾ ਭਈ ਗੱਡ ਪਈ ਲੱਕੜ, ਉਹਨੇ ਗੱਡ ਦਿੱਤੀ। ਪੁੱਤਰ ਹੁਣ ਕੀ ਕਰਾਂ? ਕੁੜੀ ਆਖਣ ਲੱਗੀ ਬਾਪੂ ਲੱਕੜ ਗੱਡੀ ਗਈ ਹੈ, ਹੁਣ ਤੂੰ ਇਹਨੂੰ ਕਹਿ ਵੀ ਇਸ ਲੱਕੜ ਤੇ ਚੜੀ ਜਾਏ ਤੇ ਉਤਰੀ ਜਾਏ, ਚੜੀ ਜਾਏ ਤੇ ਉਤਰੀ ਜਾਏ, ਬਸ ਨੂੰ ਇਸੇ ਕੰਮ ਹੀ ਲਾ ਛੱਡ, ਨਾ ਇਹ ਨਾ ਤੇਰੇ ਵਾਲੇ ਪਾਸੇ ਆਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਲੋਕੋ, ਜੇ ਮਨ ਕੋਲੋਂ ਬਚਣਾ ਚਾਹੁੰਦੇ ਹੋ, ਜੇ ਮਨ ਭੂਤਨੇ ਕੋਲੋਂ ਬਚਣਾ ਚਾਹੁੰਦੇ ਹੋ, ਇਹਨੂੰ ਇੱਕੋ ਕੰਮ ਤੇ ਲਾ ਛੱਡੋ। ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਬੋਲੋ ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਬੋਲੋ ਫੁਣ ਬਹੁੜਨ ਆਵਨ ਵਾਰ, ਫੁਣ ਬਹੁੜਨ ਆਵਨ ਵਾਰ, ਫੁਣ ਬਹੁੜਨ ਦੁਬਾਰਾ ਤੂੰ ਆਵਾਗਾਉਣ ਵਿੱਚ ਨਹੀਂ ਆਏਗਾ, ਦੁਬਾਰਾ ਤੂੰ ਇਸ ਦੁਨੀਆ 'ਚ ਪਾਪ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਏਗਾ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੱਜ ਕਿਰਪਾ ਕੀਤੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਦੇ ਪਿਆਰਿਓ, ਇਹ ਜਿਹੜਾ ਸਾਡਾ ਮਨ ਸੀ ਹਵਾ ਵਾਂਗ ਇਹਦੀ ਚਾਲ ਸੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਇਹ ਟਿਕ ਗਿਆ, ਹੁਣ ਸਾਨੂੰ ਸੁੱਖ ਮਿਲ ਗਿਆ ਹੈ। ਕਿਛ ਜੋਗ ਪਰਾਪਤ ਗਨਿਆ। ਬਾਬਾ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਹੁਣ ਕਿਹਾ ਜਾ ਸਕਦਾ ਹੈ, ਇਹ ਹੁਣ ਟਿਕ ਗਿਆ ਹੈ, ਹੁਣ ਕਿਹਾ ਜਾ ਸਕਦਾ ਇਹਦਾ ਰੱਬ ਨਾਲ ਮਿਲਾਪ ਹੋ ਸਕਦਾ ਹੈ। ਰਹਾਉ ਗੁਰ ਦਿਖਲਾਈ ਮੋਰੀ। ਸਾਧ ਸੰਗਤ, ਜ਼ਿਮੀਂਦਾਰ ਲੋਕ ਅਸੀਂ ਜਾਣਦੇ ਹਾਂ ਖੇਤੀ ਨੂੰ ਵਾੜ ਲਾਈਦੀ ਹੈ, ਖਾਸ ਤੌਰ ਤੇ ਜਿੱਥੇ ਹਿਰਨ ਵਗੈਰਾ ਜਾਨਵਰ ਬੜੇ ਹੁੰਦੇ ਨੇ, ਖੇਤੀ ਦੀ ਵਾੜ ਲਾਈਦੀ। ਕੁਝ ਵਿੱਚੋਂ ਵਿੱਥ ਰਹਿ ਜਾਂਦੀ ਹੈ, ਜਿਹੜੇ ਹਿਰਨ ਵਗੈਰਾ ਹੁੰਦੇ ਹਨ ਉਸ ਵਿੱਥ ਦੇ ਵਿੱਚੋਂ ਦੀ ਨਿਕਲ ਆਉਂਦੇ ਨੇ, ਖੇਤੀ ਨੂੰ ਉਜਾੜ ਦਿੰਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਨਾਮ ਦੀ ਖੇਤੀ ਬੀਜੀ ਸੀ, ਬੀਜਦੇ ਹਾਂ, ਕੋਈ ਨਾ ਕੋਈ ਵਿੱਥ ਰਹਿ ਜਾਂਦੀ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਿਹੜੇ ਰਸਤੇ ਆਉਂਦੇ ਨੇ? ਸਭ ਕੁਝ ਲੁੱਟ ਲਟਾ ਕੇ ਲਿਆ ਜਾਂਦੇ ਨੇ, ਬੰਦੇ ਨੂੰ ਖਾਲੀ ਕਰ ਜਾਂਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਇਹ
ਪੰਜ ਵਿਕਾਰ ਇਹ ਜਿਹੜੇ ਹਿਰਨ ਹਨ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਡੇ ਗੁਰੂ ਨੇ ਸਾਨੂੰ ਉਹ ਰਸਤਾ ਦੱਸ ਦਿੱਤਾ ਹੈ। ਪੁੱਤਰ ਐਸ ਰਸਤੇ ਤੇ ਆਉਂਦੇ ਨੇ ਇਹ ਜਿਹੜੇ ਪੰਜ ਚੋਰ ਹਨ, ਪੰਜ ਹਿਰਨ ਹਨ। ਗੁਰਦ ਖਲਾਈ ਮੋਰੀ, ਹੁਣ ਸਾਨੂੰ ਗੁਰੂ ਨੇ ਸਾਡੀ ਕਮਜ਼ੋਰੀ ਦੱਸ ਦਿੱਤੀ ਹੈ। ਅੱਖਾਂ ਰਾਹੀਂ ਆਉਂਦੇ ਨੇ, ਕੰਨਾਂ ਰਾਹੀਂ ਆਉਂਦੇ ਨੇ। ਇਹ ਜਿਹੜੇ ਗਿਆਨ ਇੰਦਰੇ ਹਨ, ਬਾਬਾ ਕਬੀਰ ਸਾਹਿਬ ਸਾਡੇ ਕਹਿੰਦੇ ਸਾਨੂੰ ਗੁਰੂ ਨੇ ਦੱਸ ਦਿੱਤਾ, ਪੁੱਤਰ ਬਸ ਆਹ ਦਰਵਾਜ਼ੇ ਹਨ ਜਿਹੜੇ ਦਰਵਾਜ਼ੇ ਥਾਈ ਇਹ ਪੰਜ ਆਉਂਦੇ ਹਨ, ਬੰਦੇ ਨੂੰ ਲੁੱਟ ਪੁੱਟ ਕੇ ਲੈ ਜਾਂਦੇ ਨੇ, ਦੀ ਨਾਮ ਦੀ ਖੇਤੀ ਉਜਾੜ ਕੇ ਤੁਰ ਜਾਂਦੇ ਹਨ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਹ ਸਾਨੂੰ ਜਿਹੜੀ ਕਮਜ਼ੋਰੀ ਹੈ ਉਹ ਸਾਨੂੰ ਗੁਰੂ ਨੇ ਦੱਸ ਦਿੱਤੀ ਹੈ। ਸਤ ਸੰਗਤ, ਰਾਜਾ ਭਰਥਰੀ ਹੋਏ ਹਨ, ਉਹਨਾਂ ਦਾ ਮਨ ਉਪਰਾਮ ਹੋ ਗਿਆ, ਛੱਡ ਦਿੱਤਾ ਉਹਨਾਂ ਨੇ ਘਰ ਮਹਲ ਪਰਿਵਾਰ ਛੱਡ ਦਿੱਤਾ, ਰਾਜ ਭਾਗ ਛੱਡ ਦਿੱਤਾ, ਜੋਗੀ ਬਣ ਗਿਆ। ਬੜੇ ਧਿਆਨ ਨਾਲ ਸੁਣਨਾ, ਜਿੱਥੇ ਵੀ ਜੋਗੀ ਬੈਠਦੇ ਹਨ ਰਾਜੇ ਭਰਥਰੀ ਦੀ ਚਰਚਾ ਹੁੰਦੀ ਹੈ। ਰਾਜਾ ਭਰਥਰੀ ਜੀ ਨੇ ਆਪ ਲਿਖਿਆ, ਮੈਂ ਤੁਰਿਆ ਜਾਂਦਾ ਸਾਂ, ਰਾਤ ਚਾਨਣੀ ਸੀ, ਕਹਿੰਦੇ ਇੱਕ ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ। ਬੜੇ ਧਿਆਨ ਨਾਲ ਸੁਣਨਾ, ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ ਚੰਦਰਮਾ ਦੀ ਚਾਨਣੀ ਵਿੱਚ। ਇਸ ਤਰ੍ਹਾਂ ਜਾਪਿਆ ਜਿਵੇਂ ਕੋਈ ਲਾਲ ਪਿਆ ਹੈ। ਉਹਨੂੰ ਹੱਥ ਪਾਇਆ, ਭਰਥਰੀ ਜੀ ਕਹਿੰਦੇ ਨੇ ਮੇਰਾ ਸਾਰਾ ਹੱਥ ਭਰ ਗਿਆ। ਅਸਲ ਵਿੱਚ ਕਿਸੇ ਬੰਦੇ ਨੇ ਪਾਨ ਖਾ ਕੇ ਮੂੰਹ ਦਾ ਗੰਦਾ ਪਾਣੀ ਸੁੱਟਿਆ ਸੀ। ਰਾਜਾ ਭਰਥਰੀ ਨੇ ਵੇਖਿਆ ਵੀ ਲਾਲ ਪਿਆ ਹੈ, ਉਹਨੂੰ ਫੜਿਆ, ਹੱਥ ਭਰ ਗਿਆ। ਰਾਜਾ ਭਰਥਰੀ ਜੀ ਬੈਠ ਗਏ, ਮੱਥੇ ਨੂੰ ਹੱਥ ਮਾਰ ਮਾਰ ਕੇ ਕਹਿੰਦੇ ਨੇ, ਭਰਥਰੀ ਜਿੱਥੇ ਜੋਗੀ ਲੋਕ ਬੈਠਦੇ ਨੇ, ਜਿੱਥੇ ਰੱਬ ਦੇ ਪਿਆਰੇ ਬੈਠਦੇ ਹਨ, ਉੱਥੇ ਜੋਗੀ ਲੋਕ ਆਂਦੇ ਨੇ ਭਰਥਰੀ ਨੇ ਰਾਜ ਭਾਗ ਨੂੰ ਲੱਤ ਮਾਰ ਦਿੱਤੀ, ਭਰਥਰੀ ਨੇ ਮਹੱਲਾ ਨੂੰ ਲੱਤ ਮਾਰ ਦਿੱਤੀ, ਰਤਨਾ ਹੀਰਿਆਂ ਲਾਲਾਂ ਨੂੰ ਲੱਤ ਮਾਰ ਦਿੱਤੀ, ਰਾਜ ਭਾਗ ਨੂੰ ਲੱਤ ਮਾਰ ਦਿੱਤੀ, ਸੁੱਖਾਂ ਨੂੰ ਲੱਤ ਮਾਰ ਦਿੱਤੀ। ਰਾਜਾ ਭਰਥਰੀ ਜੀ ਰੋ ਕੇ ਕਹਿੰਦੇ ਨੇ, ਮਣਾ ਤੂੰ ਤੇ ਮੈਨੂੰ ਲੱਤ ਮਾਰ ਗਿਆ, ਮੇਰੀ ਕੀਤੀ ਕਦਰੀ ਸਾਰੀ ਖੂਹ ਖਾਤੇ ਪਾ ਦਿੱਤੀ। ਫਿਰ ਰੋ ਕੇ ਕਹਿੰਦੇ ਨੇ, ਰੋ ਕੇ ਕਹਿੰਦੇ ਨੇ, ਭਰਥਰੀ ਤੂੰ ਉਹੀ ਭਰਥਰੀ ਆ, ਰਤਨ ਜੜਤ ਮੰਡਪ ਤਜੇ ਤਜੀ ਸਹੰਸਰਨਾਥ। ਉਹੀ ਭਰਥਰੀ ਜਿਹਨੇ ਰਤਨਾਂ ਤੇ ਲਾਲਾਂ ਹੀਰਿਆਂ ਨਾਲ ਜੜੇ ਹੋਏ ਮਹਲ ਛੱਡ ਦਿੱਤੇ। ਹੁਣ ਤੂੰ ਇੱਕ ਲਾਲ ਤੇ ਮਰ ਗਿਆ, ਹੁਣ ਤੂੰ ਇੱਕ ਲਾਲ, ਇਹ ਤੇ ਤੇਰੇ ਨਾਲ ਧੋਖਾ ਹੋਇਆ। ਪਰ ਜੇ ਲਾਲ ਹੁੰਦਾ ਵੀ ਤੇ ਫਿਰ ਕੀ ਸੀ? ਤੂੰ ਉਹੀ ਆ ਨਾ ਭਰਥਰੀ ਜਿਹਨੇ ਹੀਰਿਆਂ ਰਤਨਾਂ ਨਾਲ ਜੜੇ ਹੋਏ ਮਹਲ ਛੱਡ ਦਿੱਤੇ। ਰਤਨ ਜੜਤ ਮੰਡਪ ਤਜੇ ਤਜੀ ਸਹੰਸਰ ਨਾਜ, ਅਜੂ ਸੁਬਾਸਨਾ ਨਹਿ ਤਜੀ ਰੇ ਮਣ ਤੁਝੇ ਤਿਕਾਰ। ਹੇ ਮਣਾ ਤੈਨੂੰ ਲੱਖ ਲਾਨ, ਲੱਖ ਲਾਨ। ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਦੀ ਜੰਗ ਹੀ ਇਹਦੇ ਨਾਲ ਚੱਲਦੀ ਹੈ, ਆਖਰੀ ਸਵਾਸਾਂ ਤੱਕ ਜੰਗ ਚੱਲਦੀ, ਕਦੇ ਇਹਦਾ ਵਿਸ਼ਵਾਸ ਨਹੀਂ ਕਰਨਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਗੁਰਦ ਖਲਾਈ ਮੋਰੇ, ਉਹ ਸਾਨੂੰ ਹੁਣ ਕਮਜ਼ੋਰੀ ਗੁਰੂ ਨੇ ਦੱਸ ਦਿੱਤੀ ਹੈ। ਬਾਬਾ ਨਾਨਕ ਜੀ ਨੇ ਕੀ ਕਿਰਪਾ ਕੀਤੀ, ਭੂਮੀਏ ਨੂੰ ਉਹਦੀ ਕਮਜ਼ੋਰੀ ਦੱਸੀ, ਸੱਜਣ ਨੂੰ ਉਹਦੀ ਕਮਜ਼ੋਰੀ ਦੱਸੀ, ਕਾਜ਼ੀ ਨੂੰ, ਪੰਡਤ ਨੂੰ, ਜੋਗੀ ਨੂੰ ਉਹਦੀ ਕਮਜ਼ੋਰੀ ਦੱਸੀ, ਕੌਡੇ ਨੂੰ ਉਹਦੀ ਕਮਜ਼ੋਰੀ ਦੱਸੀ, ਦੁਨੀ ਚੰਦ ਸ਼ਾਹ ਨੂੰ ਕਮਜ਼ੋਰੀ ਦੱਸੀ। ਕਹਿਣ ਤੋਂ ਪਾਪ ਸਾਰੇ ਜਗਤ ਨੂੰ ਹਜ਼ੂਰ ਨੇ ਕਮਜ਼ੋਰੀ ਦੱਸੀ। ਕਿਹੜੀ ਕਮਜ਼ੋਰੀ ਹੈ? ਜਿਸ ਜਿਹਦੇ ਰਾਹੀਂ ਇਹ ਵਿਕਾਰ ਆਉਂਦੇ ਹਨ, ਸਾਨੂੰ ਲੁੱਟ ਕੇ ਲੈ ਜਾਂਦੇ ਹਨ। ਹਾਂਜੀ, ਜਿਤ ਮਿਰਗ ਪੜਤ ਹੈ ਚੋਰੀ, ਉਹ ਸਾਨੂੰ ਜਿਹੜੀ ਵਿੱਥ ਸੀ ਉਹ ਦੱਸ ਦਿੱਤੀ ਸਾਡੇ ਗੁਰੂ ਨੇ। ਬਾਬਾ ਕਬੀਰ ਸਾਹਿਬ ਕਹਿੰਦੇ, ਮੇਰੇ ਗੁਰੂ ਨੇ ਦੱਸਿਆ, ਪੁੱਤਰ ਕਬੀਰ ਬਸ ਇੱਥੇ ਐਸ ਰਸਤੇ ਥਾਈ ਮਿਰਗ ਆਉਂਦੇ ਹਨ, ਖੇਤੀ ਨੂੰ ਉਜਾੜ ਦਿੰਦੇ ਹਨ, ਚੋਰੀ ਕਰ ਲੈਂਦੇ ਹਨ। ਮੂੰਦ ਲਿਏ ਦਰਵਾਜੇ, ਬਾਬਾ ਕਬੀਰ ਜੀ ਕਹਿੰਦੇ ਨੇ, ਜਿਹੜੇ ਰਸਤਿਆਂ ਥਾਈ ਇਹ ਚੋਰ ਆਉਂਦੇ ਸਨ, ਅਸੀਂ ਉਹ ਦਰਵਾਜ਼ੇ ਬੰਦ ਕਰ ਦਿੱਤੇ ਨੇ। ਮੂੰਦ ਲਿਏ ਦਰਵਾਜ਼ੇ, ਅਸੀਂ ਉਹ ਦਰਵਾਜ਼ੇ ਬੰਦ ਕਰ ਦਿੱਤੇ, ਭਾਵ ਕਿ ਵਿਕਾਰਾਂ ਵਾਲੇ ਪਾਸੇ ਤੋਂ ਕੰਨ। ਆ ਵੇਖਿਆ ਨਾ, ਪਰਾਇਆ ਰੂਪ, ਪਰਾਇਆ ਧਨ, ਪਰਾਈ ਨਿੰਦਿਆ। ਫਿਰ ਕੀ ਹੋਇਆ? ਫਿਰ ਕੀ ਹੋਇਆ? ਕੰਨਾਂ ਨਾਲ ਜਦੋਂ ਕੋ ਸਾਨੂੰ ਕਿਸੇ ਦੀ ਨਿੰਦਿਆ ਕਰਦਾ ਹੋਏ, ਫਿਰ ਕੀ ਹੋਇਆ? ਫਿਰ ਕੀ ਹੋਇਆ? ਅਗਲੇ ਦਾ ਬੇੜਾ ਗਰਕ ਕਿਵੇਂ ਹੋਇਆ? ਬਾਬਾ ਕਬੀਰ ਜੀ ਕਹਿੰਦੇ, ਅਸੀਂ ਉਹ ਦਰਵਾਜ਼ੇ ਬੰਦ ਕਰ ਲੈਣ, ਜਿਸ ਦਰਵਾਜ਼ੇ ਥਾਈ
ਇਹ ਚੋਰ ਆਉਂਦੇ ਸਨ। ਬਾਜੀਲੇ ਅਨਹਦ ਬਾਜੇ। ਕਹਿੰਦੇ ਹੁਣ ਸਾਡੇ ਅੰਦਰ ਇੱਕ ਰਸ ਵਾਜੇ ਵੱਜਦੇ ਰਹਿੰਦੇ ਨੇ, ਉਹਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਰਹਿੰਦੇ ਨੇ। ਕੁੰਭ ਕਮਲ ਜਲ ਭਰਿਆ। ਅੱਗੇ ਜਿਹੜਾ ਹਿਰਦਾ ਰੂਪੀ ਕਮਲ ਸੀ, ਸਾਡਾ ਜਿਹੜਾ ਹਿਰਦੇ ਦਾ ਘੜਾ ਸੀ, ਇਹ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ। ਜਲ ਮੇਟਿਆ ਉਬਾ ਕਰਿਆ। ਕਹਿੰਦੇ ਨੇ ਉਹ ਅਸੀਂ ਹੁਣ ਵਿਕਾਰਾਂ ਦਾ ਜਿਹੜਾ ਉਹ ਘੜਾ ਵਿਕਾਰਾਂ ਦੇ ਪਾਣੀ ਨਾਲ ਭਰਿਆ ਸੀ, ਅਸੀਂ ਡੋਲ ਦਿੱਤਾ ਹੈ, ਉਬਾ ਕਰਿਆ। ਹੁਣ ਅਸੀਂ ਇਹਨੂੰ ਮਨ ਨੂੰ ਉੱਚਾ ਕਰ ਲਿਆ ਹੈ। ਕਹੋ ਕਬੀਰ ਜਨ ਜਾਣਿਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਹੁਣ ਇਸ ਕਬੀਰ ਪ੍ਰਭੂ ਦੇ ਦਾਸ ਨੇ ਰੱਬ ਨਾਲ ਸਾਂਝ ਪਾ ਲਈ ਹੈ, ਉਹਦੇ ਨਾਲ ਹੁਣ ਜਾਣ ਪਛਾਣ ਕਰ ਲਈ ਹੈ। ਜੋ ਜਾਣਿਆ ਤੋ ਮਨ ਮਾਨਿਆ। ਆਖਰੀ ਪੰਕਤੀ ਬਾਬਾ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਹੁਣ ਜਦੋਂ ਅਸੀਂ ਥੋੜੀ ਜੀ ਸਾਂਝ ਪਾਈ ਹੈ ਰੱਬ ਦੇ ਨਾਲ, ਹੁਣ ਸਾਡਾ ਮਨ ਮੰਨ ਗਿਆ। ਬੜੇ ਧਿਆਨ ਨਾਲ ਸਰਵਣ ਕਰਨਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਤੇ ਮਨ ਹੀ ਨਹੀਂ ਸੀ ਮੰਨਦਾ ਰੱਬ ਹੈ, ਕਿੱਥੋਂ ਮਿਲਣਾ ਸੀ ਰੱਬ, ਕਿੱਥੋਂ ਮਿਲਾਪ ਹੋਣਾ ਸੀ। ਪਹਿਲਾਂ ਤੇ ਇਹੀ ਮੰਨਣ ਵਾਸਤੇ ਤਿਆਰ ਨਹੀਂ ਸੀ ਰੱਬ ਹੈ। ਕਿੱਥੇ ਹੈ ਰੱਬ, ਕਿੰਨੇ ਵੇਖਿਆ ਰੱਬ, ਕੌਣ ਦਿਖਾਏਗਾ ਰੱਬ, ਕੌਣ ਕਹਿੰਦਾ ਰੱਬ। ਬਾਬਾ ਕਬੀਰ ਜੀ ਕਹਿੰਦੇ ਨੇ, ਕਹੇ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਹੁਣ ਭਾਈ ਜਦੋਂ ਮਨ ਮੰਨ ਗਿਆ ਰੱਬ ਬਾਰੇ ਸਮਝ ਆ ਗਈ। ਇਹ ਤੇ ਮਨ ਹੀ ਨਹੀਂ ਸੀ ਮੰਨਦਾ। ਜਿਹੜਾ ਲੜੀਵਾਰ ਸ਼ਬਦ ਚੱਲਦਾ ਹੈ ਉਹਦੀ ਪਾਵਨ ਵਿਆਖਿਆ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਹਾਂਜੀ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ। 8 ਪਦਿਆਂ ਦਾ ਸ਼ਬਦ ਹੈ, ਰਾਮ ਕਲੀ ਰਾਗ ਹੈ। ਪਾਵਨ ਪਵਿੱਤਰ ਅੰਗ 902 ਤੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਇੱਕ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਮਿਲਦਾ ਹੈ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨ ਅਰ ਤਪਤ ਰਹੈ। ਸਾਧ ਸੰਗਤ, ਧੰਨ ਸ੍ਰੀ ਗੁਰੂ ਗਰੀਬ ਨਵਾਜ ਬਾਬਾ ਨਾਨਕ ਜੀ, ਜਿਹੜੀ ਪਹਿਲੀ ਉਦਾਸੀ ਸੀ ਉਹਨਾਂ ਦੀ, ਉਹ ਦੱਖਣ ਵਾਲੇ ਪਾਸੇ ਸੀ, ਹਿੰਦੂ ਤੀਰਥਾਂ ਦੀ ਉਦਾਸੀ ਸੀ। ਇਤਿਹਾਸਕਾਰ ਕਹਿੰਦੇ ਨੇ ਵੱਖਰਾ ਵੱਖਰਾ ਸਮਾਂ ਹੋ ਸਕਦਾ, ਬਹੁਤੀ ਵਿਵਾਦਾਂ ਵਾਲੀ ਗੱਲ ਨਹੀਂ, ਵੀ 8.5 ਸਾਲ ਬਾਅਦ ਮਹਾਰਾਜ ਹਿੰਦੂ ਤੀਰਥਾਂ ਤੇ ਦੱਖਣ ਵਾਲੇ ਪਾਸੇ ਉਦਾਸੀ ਤੇ ਗਏ। ਜਦੋਂ ਮਹਾਰਾਜ ਪੁਸ਼ਕਰ ਤੀਰਥ ਤੇ ਗਏ ਹਨ, ਰਾਜਸਥਾਨ ਵਿੱਚ ਹੈ, ਪੁਸ਼ਕਰ ਤੋਂ ਹਜ਼ੂਰ ਲੋਕਾਂ ਨੂੰ, ਦੁਨੀਆ ਨੂੰ ਤਾਰ ਕੇ ਹਜ਼ੂਰ ਉੱਥੇ ਜਾਂਦੇ ਸਨ, ਤੀਰਥਾਂ ਦੇ ਇਕੱਠੇ ਹੋਏ ਲੋਕ ਮਿਲ ਜਾਂਦੇ ਹਨ। ਪੁਸ਼ਕਰ ਤੋਂ ਲੋਕਾਂ ਨੂੰ ਤਾਰ ਕੇ ਹਜ਼ੂਰ 235 ਮੀਲ ਪੈਂਡਾ ਹੈ, ਗੋਕੁਲ ਮਥੁਰਾ ਜਿਹਨੂੰ ਕਹਿੰਦੇ ਨੇ, ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ। ਮਹਾਰਾਜ ਆਖਣ ਲੱਗੇ, ਭਾਈ ਮਰਦਾਨਿਆ ਉੱਥੇ ਲੱਖਾਂ ਨਾਲ ਲੋਕ ਆਉਣਗੇ। ਕ੍ਰਿਸ਼ਨ ਦਾ ਜਦੋਂ ਜਨਮ ਹੁੰਦਾ ਲੱਖਾਂ ਨਾਲ ਲੋਕ ਆਉਂਦੇ ਨੇ। ਹਜ਼ੂਰ ਮਥੁਰਾ ਵਿੱਚ ਆ ਗਏ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਮਰਦਾਨਿਆ ਜਾ ਤੂੰ ਹੀ ਮੇਲਾ ਮੂਲਾ ਵੇਖਿਆ ਜਾ ਕੇ। ਅਸਲ ਉਹ ਸਾਰੀ ਜਿਹਨੂੰ ਅੱਜ ਦੀ ਭਾਸ਼ਾ 'ਚ ਅਸੀਂ ਰਿਪੋਰਟ ਕਹਿੰਦੇ ਹਾਂ, ਭਾਈ ਮਰਦਾਨਾ ਸਭ ਕੁਝ ਵੇਖ ਕੇ ਆਣ ਕੇ ਹਜ਼ੂਰ ਨਾਲ ਗੱਲਬਾਤ ਕਰਦਾ। ਜਦੋਂ ਹਜ਼ੂਰ ਮਥੁਰਾ ਦਾ ਮੇਲਾ ਮੂਲਾ ਵੇਖ ਕੇ ਆਇਆ, ਬੜਾ ਉਤਸ਼ਾਹ ਸੀ ਲੋਕਾਂ ਦਾ, ਰਾਸ ਪੈਂਦੀ ਸੀ, ਜਿਹਨੂੰ ਅਸੀਂ ਨਾਟਕ ਕਹਿੰਦੇ ਹਾਂ। ਕੋਈ ਕ੍ਰਿਸ਼ਨ ਬਣਿਆ ਹੋਇਆ ਹੈ, ਕੋਈ ਗੋਪੀਆਂ ਦਾ ਰੋਲ ਕਰਦਾ ਹੈ। ਬੜੇ ਅਚਰਨ ਤੋਂ ਡਿੱਗੇ ਹੋਏ ਜਿਹੜੇ ਸੀ ਉਹ ਵੇਖੇ ਭਾਈ ਮਰਦਾਨਾ ਜੀ ਨੇ। ਭਾਈ ਮਰਦਾਨਾ ਆਣ ਕੇ ਆਖਣ ਲੱਗਾ, ਬਾਬਾ ਜੋ ਕੁਝ ਮੈਂ ਵੇਖ ਕੇ ਆਇਆ ਤੀਰਥਾਂ ਤੇ ਇਹ ਕੁਛ ਨਹੀਂ ਹੋਣਾ ਚਾਹੀਦਾ। ਬਾਬਾ ਉਹ ਤੇ ਵੇਖਣ ਯੋਗ ਨਹੀਂ, ਨਾਲੇ ਇਸ਼ਟ ਮੰਨਦੇ ਹਨ, ਨਾਲੇ ਉਹਨਾਂ ਦੇ ਨਾਂ ਤੇ ਮੈਂ ਤੇ ਵੇਖਿਆ ਪਈ। ਪ੍ਰੋਫੈਸਰ ਸਾਹਿਬ ਨੇ ਸ਼ਬਦ ਵਰਤਿਆ, ਮੈਨੂੰ ਮਾਫ ਕਰਨਾ, ਇੱਥੇ ਤੇ ਬੜੇ ਲੁੱਚੇ ਲਵਾਰ ਲੋਕ ਰਹਿੰਦੇ ਨੇ, ਬੜੇ ਅਚਰਨਹੀਣ ਲੋਕ ਰਹਿੰਦੇ ਨੇ, ਤੀਰਥਾਂ ਤੇ ਇਹੋ ਜਿਹੇ ਲੋਕ ਤੇ ਨਹੀਂ ਹੋਣੇ ਚਾਹੀਦੇ। ਬਾਬਾ ਨਾਨਕ ਜੀ ਅਜੇ ਕੁਝ ਕਹਿਣਾ ਚਾਹੁੰਦੇ ਨੇ, ਇੱਕ ਪੰਡਤ ਲਾਗੋ ਬੋਲਿਆ, ਕਹਿਣ ਲੱਗਾ, ਭਾਈ ਜੀ ਅਸਲ ਵਿੱਚ ਕਲਯੁਗ ਆ ਗਿਆ ਹੈ। ਕਲਯੁਗ ਨੇ ਤੀਰਥਾਂ ਦੇ ਵੀ ਡੇਰੇ ਲਾ ਲਏ, ਮੰਦਰਾਂ ਵਿੱਚ ਵੀ ਡੇਰੇ ਲਾ ਲਏ, ਦੇਹਪੁਰੀਆਂ 'ਚ ਵੀ ਡੇਰੇ ਲਾ ਲਏ। ਪ੍ਰੋਫੈਸਰ ਸਾਹਿਬ ਸੇ ਕਹਿੰਦੇ ਨੇ ਇਹ ਬਹੁਤ ਵੱਡੀ ਕਮਜ਼ੋਰੀ ਹੈ। ਗੁਨਾਹ ਕਰਨਾ ਔਰ ਐਬ ਕਰਨੇ
ਭੈੜੇ ਕੰਮ ਕਰਨੇ, ਜੇ ਕੋਈ ਪੁੱਛੇ ਤੇ ਕਲਯੁਗ ਦਾ ਬਹਾਨਾ ਲਾ ਕੇ ਆਪ ਬਰੀ ਹੋ ਜਾਣਾ। ਬੰਦਾ ਕਿਵੇਂ ਸੁਧਰ ਸਕਦਾ ਹੈ? ਆਪਣਾ ਦੋਸ਼ ਬੰਦਾ ਮੰਨ ਲੇ ਸੁਧਰ ਸਕਦਾ ਹੈ। ਜਦੋਂ ਆਪਣਾ ਦੋਸ਼ ਕਿਸੇ ਹੋਰ ਤੇ ਮੜਿਆ ਜਾਏ, ਕਿਵੇਂ ਉਹਦਾ ਸੁਧਾਰ ਹੋ ਸਕਦਾ? ਕੋਲੋਂ ਪੰਡਤ ਆਖਣ ਲੱਗਾ ਜੀ ਕਲਯੁਗ ਜੀ ਹੋਇਆ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨੇ ਦੇ ਰਬਾਬ ਤੇ ਸ਼ਬਦ ਗਾਇਆ। ਇਹੀ ਸ਼ਬਦ ਹੈ ਜੋ ਅਸੀਂ ਸਰਵਣ ਕਰ ਰਹੇ ਹਾਂ। ਬਾਬਾ ਨਾਨਕ ਜੀ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਕਲਯੁਗ ਆ ਗਿਆ। ਮਹਾਰਾਜ ਕਹਿੰਦੇ ਨੇ ਸੋਈ ਚੰਦ ਚੜੇ ਸੇ ਤਾਰੇ। ਮਹਾਰਾਜ ਕਹਿੰਦੇ ਨੇ ਜਿਹੜਾ ਚੰਦਰਮਾ ਸਤਯੁਗ ਵਿੱਚ ਸੀ, ਤ੍ਰੇਤੇ ਵਿੱਚ ਸੀ, ਦੁਆਪਰ ਵਿੱਚ ਹੀ, ਇਹਨੂੰ ਕਲਯੁਗ ਕਹਿੰਦੇ ਹੋ ਨਾ, ਉਹੀ ਚੰਦਰਮਾ ਹੈ। ਸੋਈ ਦਿਨਿਆਰ ਤਬ ਤਰੈ। ਮਹਾਰਾਜ ਕਹਿੰਦੇ ਉਹੀ ਚੰਦਰਮਾ, ਉਹੀ ਤਾਰੇ, ਉਹੀ ਸੂਰਜ। ਕੀ ਫਰਕ ਹੈ ਯੁੱਗਾਂ ਵਿੱਚ? ਹਾਂਜੀ। ਸਾ ਧਰਤੀ ਸੋ ਪੌਣ ਚੁਲਾਰੇ। ਮਹਾਰਾਜ ਕਹਿੰਦੇ ਧਰਤੀ ਵੀ ਉਹੀ ਹੈ ਜੋ ਸਤਯੁਗ ਵਿੱਚ ਸੀ, ਤ੍ਰੇਤੇ ਦੁਆਪਰ ਵਿੱਚ। ਹਵਾ ਵੀ ਉਹੀ ਹੈ, ਉਹੀ ਹਵਾ ਚੁਲਦੀ ਹੈ। ਹਾਂਜੀ। ਜੁਗ ਜੀ ਖੇਲੇ ਥਾਵ ਕੈਸੇ। ਮਹਾਰਾਜ ਕਹਿੰਦੇ ਤੁਸੀਂ ਦੱਸੋ ਕਿਹੜਾ ਥਾਂ ਜਿੱਥੇ ਕਲਯੁਗ ਹੈ? ਕਲਯੁਗ ਨਹੀਂ, ਮਹਾਰਾਜ ਕਹਿੰਦੇ ਕਲਯੁਗ ਜੀਵਾਂ ਦੇ ਮਨਾਂ ਵਿੱਚ ਹੈ। ਹਾਂਜੀ। ਜੀਵਨ ਤਲਬ ਨਿਵਾਰ। ਮਹਾਰਾਜ ਕਹਿੰਦੇ ਨੇ ਹੇ ਪੰਡਤ, ਜਿਹੜੀ ਖੁਦ ਗਰਜੇ ਤੇਰੇ ਅੰਦਰ ਕਮਜ਼ੋਰੀ ਇਹਨੂੰ ਦੂਰ ਕਰ। ਹਾਂਜੀ। ਹੋਵੇ ਪਰਵਾਨਾ ਕਰਹਿ ਧਿਆਣਾ। ਹਜ਼ੂਰ ਕਹਿੰਦੇ ਨੇ ਕੋਈ ਜਿਹੜਾ ਚੌਧਰੀ ਹੁੰਦਾ, ਰਾਜਾ ਹੁੰਦਾ, ਉਹ ਬੜਾ ਧੱਕਾ ਕਰਦਾ, ਜ਼ੁਲਮ ਕਰਦਾ ਹੈ। ਕਲ ਲਖਣ ਵਿਚਾਰ। ਇਹੀ ਹਨ ਕਲਯੁਗ ਦੇ ਲੱਛਣ। ਜਿਹੜਾ ਰਾਜਾ ਜ਼ੁਲਮ ਕਰਦਾ, ਧੱਕਾ ਕਰਦਾ, ਮਹਾਰਾਜ ਕਹਿੰਦੇ ਨੇ ਫਿਰ ਉਹ ਕਹਿੰਦਾ ਬਸ ਇਹੀ ਠੀਕ ਆ ਜੀ ਜੋ ਮੈਂ ਕਰਦਾ, ਸਮਝ ਲਓ ਇਹੀ ਕਲਯੁਗ ਦੇ ਲੱਛਣ ਹਨ। ਰਹਾਉ ਕਿਤੈ ਦੇਸ ਨ ਆਇਆ ਸੁਣੀਐ। ਬਾਬਾ ਨਾਨਕ ਜੀ ਕਹਿੰਦੇ ਨੇ ਮੈਂ ਤੇ ਕਿਤੇ ਨਹੀਂ ਸੁਣਿਆ ਵੀ ਕਲਯੁਗ ਐਸ ਦੇਸ਼ ਵਿੱਚ ਆਇਆ ਹੈ, ਐਸ ਦੇਸ਼ ਵਿੱਚ ਆਇਆ ਹੈ। ਹਾਂਜੀ। ਤੀਰਥ ਪਾਸ ਨ ਬੈਠਾ। ਮਹਾਰਾਜ ਕਹਿੰਦੇ ਪੰਡਤ ਜੀ ਤੁਸੀਂ ਕਹਿੰਦੇ ਹੋ ਤੀਰਥਾਂ ਦੇ ਕਲਯੁਗ ਆਣ ਕੇ ਬੈਠ ਗਿਆ, ਤੁਸੀਂ ਦੱਸੋ ਕਿੱਥੇ ਬੈਠਾ ਕਲਯੁਗ? ਮੈਂ ਵੀ ਤੀਰਥਾਂ ਤੇ, ਦੱਸੋ ਕਿੱਥੇ ਬੈਠਾ ਕਲਯੁਗ? ਦਾਤਾ ਦਾਨ ਕਰੇ ਤਹ ਨਾਹੀ। ਜਿੱਥੇ ਕੋ ਦਾਨ ਕਰਦਾ ਉੱਥੇ ਨਹੀਂ ਕਲਯੁਗ। ਹਾਂਜੀ। ਮਹਿਲ ਉਸਾਰ ਨਾ ਬੈਠਾ। ਹਜ਼ੂਰ ਕਹਿੰਦੇ ਤੁਸੀਂ ਦੱਸੋ, ਅਸੀਂ ਮਥੁਰਾ 'ਚ ਬੈਠੇ ਹਾਂ, ਜਮਨਾ ਨਦੀ ਕੋਲ ਹੈ। ਮਹਾਰਾਜ ਕਹਿੰਦੇ ਤੁਸੀਂ ਦੱਸੋ ਕਿੱਥੇ ਮਹੱਲ ਪਾ ਕੇ ਬੈਠਾ ਹੈ? ਸਾਧ ਸੰਗਤ 2 ਪਦਿਆਂ ਦਾ ਇਹ ਸ਼ਬਦ ਸੀ। ਇਹ 8 ਪਦਿਆਂ ਦਾ ਸ਼ਬਦ ਹੈ, 2 ਪਦੇ ਹੋ ਗਏ ਹਨ। ਸਮਾਂ ਸਮਾਪਤ ਹੈ, ਭੁੱਲ ਚੁੱਕ ਦੀ ਖਿਮਾ। ਮਹਾਰਾਜ ਨੇ ਆਖਿਆ ਪੰਡਤ ਜੀ ਮਨੁੱਖ ਦਾ ਵਿਗੜਿਆ ਹੋਇਆ ਮਨ ਹੀ ਕਲਯੁਗ ਹੈ, ਇਹਦੇ ਤੋਂ ਸੁਚੇਤ ਰਹਿਣਾ ਚਾਹੀਦਾ। ਭੁੱਲ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਬਖਸ਼ਣਹਾਰ। ਸਾਰੇ ਆਖਰੀ ਪੰਕਤੀਆਂ ਸਰਵਣ ਕਰੀਏ, ਫਿਰ ਸਮਾਪਤੀ ਕਰੀਏ ਜੀ। ਹਾਂਜੀ। ਕਿਤੈ ਦੇਸ ਨ ਆਇਆ ਸੁਣੀਐ, ਤੀਰਥ ਪਾਸ ਨ ਬੈਠਾ। ਦਾਤਾ ਦਾਨ ਕਰੇ ਤਹ ਨਾਹੀ, ਮਹਿਲ ਉਸਾਰ ਨਾ ਬੈਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।